ਅਮਰੀਕਾ ਦੇ ਵਿੱਚ 4 ਮਹੀਨਿਆਂ ਬਾਅਦ ਚੋਣਾਂ ਹੋਣ ਜਾ ਰਹੀਆਂ ਨੇ। ਇਹਨਾਂ ਚੋਣਾਂ ਦੇ ਵਿੱਚ ਮੌਜੂਦਾ ਸਰਕਾਰ ਯਾਨੀ ਕਿ ਟਰੰਪ ਸਰਕਾਰ ਦਾ ਇੱਕ ਵੱਡਾ ਟੀਚਾ ਹੈ ਕਿ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਸਖਤ ਕਰ ਦਿੱਤਾ ਜਾਏ। ਕਿੰਨਾ ਕੁ ਸਖਤ ਕਰ ਦਿੱਤਾ ਜਾਏ, ਇਸ ਬਾਬਤ ਅਸੀਂ ਤੁਹਾਨੂੰ ਪਿਛਲੇ ਦਿਨਾਂ ਦੀਆਂ ਕੁਝ ਘਟਨਾਵਾਂ ਦੇ ਨਾਲ ਜੋੜ ਕੇ ਕੜੀਵਾਰ ਅਤੇ ਕ੍ਰਮਵਾਰ ਕੋਸ਼ਿਸ਼ ਕਰਾਂਗੇ ਕਿ ਦਰਸਾਈਏ ਕਿ ਮੌਜੂਦਾ ਸਰਕਾਰ ਆਪਣੀ ਇਮੀਗ੍ਰੇਸ਼ਨ ਪਾਲਿਸੀ ਨੂੰ ਲੈ ਕੇ ਚੌਕਸ ਹੈ ਜਾਂ ਮੁੜ ਤੋਂ ਸੱਤਾ ਹਾਸਲ ਕਰਨ ਦੇ ਵਿੱਚ ਸਰਕਾਰ ਦੀ ਇਹਨਾਂ ਪਾਲਿਸੀਆਂ ਨੂੰ ਕਿਤੇ ਨਾ ਕਿਤੇ ਸਮਰਥਨ ਮਿਲ ਸਕਦਾ ਹੈ। ਬਹਿਰਾਲ ਅੱਜ ਦੇ ਇਸ ਟੌਪਿਕ ਦੇ ਵਿੱਚ ਇਹ ਵੀ ਐਡ ਆਨ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਕੋਵਿਡ-19 ਦੀ ਮਹਾਮਾਰੀ ਦੇ ਵਿੱਚ ਵੀ ਇਮੀਗ੍ਰੇਸ਼ਨ ਜੋ ਪਾਲਿਸੀ ਸੀਗੀਆਂ ਉਹਨਾਂ ਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਜੋ ਵਿਦੇਸ਼ੀ ਬੱਚੇ ਪੜ੍ਹਨ ਦੇ ਲਈ ਆਏ ਨੇ ਅਮਰੀਕਾ, ਆਨਲਾਈਨ ਨੇ ਜੇਕਰ ਕਲਾਸਾਂ ਤਾਂ ਚਲੋ ਘਰ ਵਾਪਸ। ਅਮਰੀਕਾ ਦੇ ਵਿੱਚ ਇੱਕ ਭਾਰਤੀ ਨਾਗਰਿਕ ਦੇ ਲਈ ਸਥਿਤੀ ਇਹ ਪੈਦਾ ਹੋ ਚੁੱਕੀ ਹੈ ਕਿ ਸਥਾਈ ਤੌਰ ਦੇ ਉੱਤੇ ਰਿਹਾਇਸ਼ ਜਾਂ ਗ੍ਰੀਨ ਕਾਰਡ ਪ੍ਰਾਪਤ ਕਰਨ ਦੇ ਲਈ ਬੈਕਲੌਗ 195 ਸਾਲਾਂ ਦਾ ਹੋ ਚੁੱਕਾ ਹੈ। ਯਾਨੀ ਕਿ ਅੱਜ ਤੁਸੀਂ ਦਾਖਲ ਕਰੋਗੇ ਕਾਗਜ਼ ਤਾਂ ਹੋ ਸਕਦਾ ਹੈ ਕਿ 195 ਸਾਲਾਂ ਬਾਅਦ ਤੁਹਾਡਾ ਨੰਬਰ ਆਏ। ਰਿਪਬਲਿਕਨ ਸੈਨੇਟਰ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ, ਖਦਸ਼ਾ ਜਤਾਇਆ ਜਾ ਰਿਹਾ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਸੈਨੇਟ ਦੇ ਸਹਿਯੋਗੀਆਂ ਨੇ ਇਸ ਸਮੱਸਿਆ ਦੇ ਉੱਤੇ ਗੱਲ ਕਰਨ ਦੇ ਲਈ ਵਿਧਾਨਕ ਤੌਰ ਦੇ ਉੱਤੇ ਮਤਾ ਲਿਆਉਣ ਦੀ ਉਹ ਆਪਣੇ ਵੱਲੋਂ ਅਪੀਲ ਕਰਨਗੇ। ਗ੍ਰੀਨ ਕਾਰਡ ਜੋ ਅਧਿਕਾਰਕ ਤੌਰ ਦੇ ਉੱਤੇ ਸਥਾਈ ਨਿਵਾਸੀ ਕਾਰਡ ਵਜੋਂ ਜਾਣਿਆ ਜਾਂਦਾ ਹੈ, ਜੋ ਪ੍ਰਵਾਸੀਆਂ ਨੂੰ ਅਮਰੀਕਾ ਵੱਲੋਂ ਜਾਰੀ ਕੀਤਾ ਜਾਂਦਾ ਹੈ, ਉਸ ਦੇ ਆਧਾਰ ਦੇ ਉੱਤੇ ਉਹ ਉੱਥੇ ਰਹਿ ਸਕਦੇ ਨੇ, ਪੜ੍ਹਾਈ ਕਰ ਸਕਦੇ ਨੇ, ਕੰਮ ਕਰ ਸਕਦੇ ਨੇ, ਜੀਵਨ ਭਰ ਦੇ ਲਈ ਆਨੰਦ ਮਾਣੋ। ਸੈਨੇਟਰ ਮਾਈਕ ਲੀ ਨੇ ਬੁੱਧਵਾਰ ਨੂੰ ਇਹ ਗੱਲ ਕਹੀ ਸੀ ਕੁਝ ਦਿਨਾਂ ਪਹਿਲਾਂ, ਜਿਸ ਵੇਲੇ ਉਹਨਾਂ ਦਾ ਬਿਆਨ ਸਾਹਮਣੇ ਆਇਆ ਸੀ ਕਿ ਮੌਜੂਦਾ ਗ੍ਰੀਨ ਕਾਰਡ ਨੀਤੀ ਨੇ ਕਿਸੇ ਵੀ ਪ੍ਰਵਾਸੀ ਦੇ ਬੱਚੇ ਦੇ ਲਈ ਕੁਝ ਨਹੀਂ ਕੀਤਾ। ਹੁਣ ਇਹਨਾਂ ਪ੍ਰਵਾਸੀਆਂ ਦੇ ਬੱਚਿਆਂ ਦੇ ਲਈ ਸਰਕਾਰ ਸੋਚੇ। ਲੀ ਨੇ ਕਿਹਾ ਕਿ ਜੇ ਅੱਜ ਕੋਈ ਭਾਰਤੀ ਗ੍ਰੀਨ ਕਾਰਡ ਲੈਣ ਦੇ ਲਈ ਕਤਾਰ ਦੇ ਵਿੱਚ ਲੱਗਦਾ ਹੈ ਤਾਂ ਹੋ ਸਕਦਾ ਹੈ, ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਸ ਨੂੰ ਇਹ ਗ੍ਰੀਨ ਕਾਰਡ 195 ਸਾਲਾਂ ਬਾਅਦ ਉਡੀਕ ਕਰਨ ਤੋਂ ਬਾਅਦ ਮਿਲੇ। ਜੇ ਉਹ ਚਾਹੁੰਦਾ ਹੈ ਕਿ ਉਹ ਆਪਣੇ ਮਰਨ ਤੋਂ ਬਾਅਦ ਬੱਚਿਆਂ ਨੂੰ ਇਹ ਅਧਿਕਾਰ ਦੇਣਾ ਚਾਹੁੰਦਾ, ਬੱਚੇ ਜੇਕਰ ਅਧਿਕਾਰ ਜਤਾਣ ਵੀ ਤਾਂ ਉਹਨਾਂ ਨੂੰ ਵੀ ਇਹ ਗ੍ਰੀਨ ਕਾਰਡ ਮਿਲਣ ਦੇ ਵਿੱਚ ਸਮਾਂ ਲੱਗੇਗਾ। ਯਾਨੀ ਕਿ ਦੂਸਰੀ ਪੀੜ੍ਹੀ ਵੀ ਗ੍ਰੀਨ ਕਾਰਡ ਹਾਸਲ ਨਹੀਂ ਕਰ ਪਾਏਗੀ ਕਿਉਂਕਿ ਬੈਕਲੌਗ ਪਿੱਛੇ ਕਤਾਰ ਇੰਨੀ ਲੰਬੀ ਹੋ ਚੁੱਕੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਆਪਣੀ ਸਰਕਾਰ ਦੇ ਸਭ ਤੋਂ ਅਹਿਮ ਮੁੱਦੇ ਇਮੀਗ੍ਰੇਸ਼ਨ ਤੇ ਨਵਾਂ ਬਿੱਲ ਲਿਆਉਣ ਦਾ ਦਾਅਵਾ ਕਰ ਰਹੇ ਨੇ। ਵਾਅਦਾ ਵੀ ਕੀਤਾ ਹੈ, ਵਾਅਦਾ ਤਾਂ ਕਰ ਦਿੱਤਾ, ਪਰ ਪਿਛਲੇ ਕੁਝ ਦਿਨਾਂ ਦੇ ਵਿੱਚ ਉਹਨਾਂ ਨੇ ਇਸ ਨੂੰ ਲੈ ਕੇ ਕਈ ਵਿਰੋਧੀ ਅਤੇ ਭੁਲੇਖਾ ਪਾਊ ਬਿਆਨ ਵੀ ਦੇ ਦਿੱਤੇ। ਉਹਨਾਂ ਦਾ ਇਹ ਬਿਆਨ ਸੁਪਰੀਮ ਕੋਰਟ ਦੇ ਵੱਲੋਂ ਓਬਾਮਾ ਕਾਲ ਦੇ ਵਿੱਚ ਬੱਚਿਆਂ ਦੇ ਛੋਟੇ ਉਮਰ ਦੇ ਵਿੱਚ ਅਮਰੀਕਾ ਆਉਣ ਤੇ ਕਾਰਵਾਈ ਟਾਲ ਦੇਣ ਵਾਲੇ DACA ਦੇ ਨਾਲ ਸੰਬੰਧਿਤ ਪ੍ਰੋਗਰਾਮ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਨਕਾਰਾਤਮਕ ਸੋਚ ਦੇ ਵੱਲ ਢਲਾ ਰਿਹਾ ਹੈ ਜਾਂ ਨਕਾਰਨ ਤੋਂ ਬਾਅਦ ਇਹ ਜੋ ਵਿਵਾਦ ਖੜਾ ਹੋ ਰਿਹਾ ਉਸ ਦੇ ਵੱਲ ਕਿਸ ਤਰੀਕੇ ਦੇ ਇਸ਼ਾਰੇ ਕਰ ਰਿਹਾ। DACA ਮੁਲਕ ਦੇ ਵਿੱਚ ਆਏ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਦੀ ਹੈ। ਟਰੰਪ ਨੇ ਪਿਛਲੇ ਮਹੀਨੇ ਦੇ ਵਿੱਚ ਕਿਹਾ ਸੀ ਕਿ ਉਹ ਛੇਤੀ ਹੀ ਅਦਾਲਤ ਦੇ ਖਦਸ਼ਿਆਂ ਨੂੰ ਦੂਰ ਕਰਨ ਦੇ ਲਈ ਜ਼ਰੂਰੀ ਦਸਤਾਵੇਜ਼ ਪੇਸ਼ ਕਰਨਗੇ, ਪਰ ਇਸ ਵੇਲੇ ਹਾਲੇ ਤੱਕ ਕਿਸੇ ਤਰੀਕੇ ਦਾ ਕੋਈ ਕਦਮ ਨਹੀਂ ਚੁੱਕਿਆ ਗਿਆ। ਟਰੰਪ ਦੀ ਸੋਚ ਨੂੰ ਲੈ ਕੇ ਨਵੀਂ ਦੁਵਿਧਾ ਹੁਣ ਇਹ ਪੈਦਾ ਹੋ ਚੁੱਕੀ ਹੈ ਕਿ ਜਦੋਂ ਕਿ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਇਹ ਗੱਲ ਕਹੀ ਸੀ ਕਿ ਉਹ ਛੇਤੀ ਹੀ ਇਮੀਗ੍ਰੇਸ਼ਨ ਬਿੱਲ ਦੇ ਉੱਤੇ ਦਸਤਖਤ ਕਰਨ ਵੀ ਜਾ ਰਹੇ ਨੇ, ਜੋ ਛੇਤੀ ਹੀ ਹੋ ਸਕਦਾ ਹੈ, ਪਰ ਅਸਲੀਅਤ ਦੇ ਵਿੱਚ ਅਜਿਹਾ ਕੋਈ ਦਸਤਾਵੇਜ਼ ਹਸਤਾਖਰਾਂ ਦੇ ਲਈ ਮੌਜੂਦ ਹੈ ਹੀ ਨਹੀਂ। ਦੂਜਾ, ਚੋਣਾਂ ਤੋਂ ਪਹਿਲਾਂ ਤਕਰੀਬਨ 4 ਮਹੀਨੇ ਪਹਿਲਾਂ ਕਰੋਨਾ ਮਹਾਮਾਰੀ ਦੇ ਵਿਚਕਾਰ ਕਾਂਗਰਸ ਇਸ ਦੇ ਉੱਤੇ ਵਿਚਾਰ ਵਟਾਂਦਰਾ ਕਰਨ ਦੇ ਲਈ ਰਾਜ਼ੀ ਦਿਖਾਈ ਨਹੀਂ ਦੇ ਰਹੀ। ਜੋ ਵਾਇਰਸ ਇਸ ਵੇਲੇ ਅਮਰੀਕਾ ਦੇ ਵਿੱਚ ਫੈਲਿਆ ਹੋਇਆ, ਵਾਈਟ ਹਾਊਸ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਉਸ ਦੀ ਜੋ ਗੱਲਬਾਤ ਹੁੰਦੀ ਰਹਿੰਦੀ ਹੈ, ਜੋ ਉੱਥੇ ਸਥਾਨਕ ਅਧਿਕਾਰੀ ਨੇ ਉਹਨਾਂ ਦਾ ਕਹਿਣਾ ਹੈ ਕਿ ਟਰੰਪ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਮੀਗ੍ਰੇਸ਼ਨ ਪ੍ਰਣਾਲੀ ਦੇ ਉੱਤੇ ਕੰਮ ਕਰ ਰਹੇ ਨੇ ਅਤੇ ਉਹ ਅਣਦੇਖੀ ਨਹੀਂ ਕਰ ਸਕਦੇ ਅਜਿਹੇ ਬੱਚਿਆਂ ਦੀ। DACA ਦੇ ਵਿਧਾਨਕ ਜੋ ਹਾਲਾਤ ਨੇ ਇਸ ਵੇਲੇ ਅਤੇ ਜੋ ਵਿਧਾਨਕ ਹੱਕ ਨੇ ਉਸ ਨੂੰ ਵੀ ਦਬਾਇਆ ਨਹੀਂ ਜਾ ਸਕਦਾ। ਮੁਲਕ ਦੇ ਵਿੱਚ ਇਸ ਸਮੇਂ DACA ਦੇ ਤਹਿਤ ਕਰੀਬ 6.5 ਲੱਖ ਵਿਅਕਤੀ ਦਰਜ ਹਨ ਅਤੇ ਟਰੰਪ ਜੇਕਰ ਪ੍ਰੋਗਰਾਮ ਨੂੰ ਮੁੜ ਤੋਂ ਰੱਦ ਕਰਦੇ ਨੇ ਤਾਂ ਕਈ ਅਜਿਹੇ ਲੋਕ ਨੇ ਜੋ ਕਾਨੂੰਨੀ ਰੂਪ ਦੇ ਵਿੱਚ ਅਮਰੀਕਾ ਦੇ ਵਿੱਚ ਕੰਮ ਕਰਨ ਦੇ ਅਧਿਕਾਰ ਉਹਨਾਂ ਦੇ ਕੋਲ ਨਹੀਂ ਹੋਏਗਾ। ਅਮਰੀਕਾ ਦੀ ਜੇਕਰ ਅਸੀਂ ਗੱਲ ਕਰ ਰਹੇ ਹਾਂ ਤਾਂ ਅਮਰੀਕੀ ਸੰਗਠਨਾਂ ਦੇ ਵੱਲੋਂ H1B ਵੀਜ਼ਾ ਪਾਬੰਦੀ ਨੂੰ ਚੁਣੌਤੀ ਦਿੱਤੀ ਗਈ ਹੈ। ਤੁਹਾਨੂੰ ਜਾਣਕਾਰੀ ਦੇ ਦਈਏ ਕਿ US ਚੈਂਬਰ ਆਫ ਕਾਮਰਸ ਅਤੇ ਨੈਸ਼ਨਲ ਐਸੋਸੀਏਸ਼ਨ ਆਫ ਮੈਨੂਫੈਕਚਰਰਸ ਸਮੇਤ 5
ਸਿਖਰਲੀਆਂ ਅਜਿਹੀਆਂ ਵਪਾਰਕ ਜਥੇਬੰਦੀਆਂ ਸੰਗਠਨ ਨੇ ਜਿਨ੍ਹਾਂ ਨੇ ਰਾਸ਼ਟਰਪਤੀ ਦੇ ਇਸ ਸਾਲ ਦੇ ਬਾਕੀ ਮਹੀਨਿਆਂ ਦੇ ਲਈ ਨਵੇਂ ਗੈਰ ਆਵਾਜਾਈ ਵੀਜ਼ੇ ਮੁਤਲਕ ਜੋ ਆਪਣੇ ਉਹਨਾਂ ਨੇ ਆਦੇਸ਼ ਜਾਰੀ ਕੀਤੇ ਸੀ ਉਸ ਨੂੰ ਚੁਣੌਤੀ ਦਿੱਤੀ ਹੈ। ਇਸ ਨੂੰ ਲੈ ਕੇ H1B ਵੀਜ਼ਾ ਉਸ ਦੇ ਵਿੱਚ ਹੀ ਸ਼ਾਮਲ ਹੈ, ਜੋ ਤਕਰੀਬਨ ਇੱਥੋਂ ਤੱਕ ਹੀ ਕਹਿ ਰਹੇ ਨੇ ਵਪਾਰਕ ਲੋਕ ਕਿ ਅਸੀਂ ਸਰਕਾਰ ਦੇ ਖਿਲਾਫ ਵੀ ਜਾ ਸਕਦੇ ਹਾਂ, ਸਰਕਾਰ ਨੂੰ ਗੁਹਾਰ ਲਗਾ ਰਹੇ ਹਾਂ ਕਿ ਜ਼ਰੂਰ ਕਾਰੋਬਾਰੀਆਂ ਦੀ ਸੋਚੀ ਜਾਏ। ਗੈਰ ਆਵਾਸ ਸ਼੍ਰੇਣੀਆਂ ਦੇ ਤਹਿਤ ਲੋਕਾਂ ਦੀ ਜੇਕਰ ਚੋਣ ਹੋਣੀ ਹੈ ਤਾਂ ਉਹ ਅਧਿਕਾਰਿਕ ਤੌਰ ਦੇ ਉੱਤੇ ਹੋਵੇ। ਅਮਰੀਕਾ ਦੇ ਵਿੱਚ ਪੇਸ਼ੇਵਰ ਜੋ ਵਕੀਲ ਨੇ ਉਹ ਕਈ ਅਜਿਹੀਆਂ ਵੱਡੀਆਂ ਸੰਸਥਾਵਾਂ ਦੇ ਨਾਲ ਖੜੇ ਨਜ਼ਰ ਆ ਰਹੇ ਨੇ। ਇਸ ਦੇ ਵਿਚਾਲੇ ਇੱਕ ਹੋਰ ਨਵੀਂ ਰਿਪੋਰਟ ਕੀ ਸ਼ਾਮਲ ਹੋਈ ਹੈ। ਰਿਮੂਵਲ ਪ੍ਰੋਸੀਜਨ ਇਮੀਗ੍ਰੇਸ਼ਨ ਲਾਅ ਦੇ ਤਹਿਤ ਤਕਰੀਬਨ ਜੋ ਜੇਲ੍ਹਾਂ ਨੇ, ਜੋ ਕ੍ਰਿਟੀਕਲ ਅਜਿਹੇ ਸੈਂਟਰਸ ਨੇ ਜਿੱਥੇ ਲੋਕਾਂ ਨੂੰ ਰੱਖਿਆ ਜਾਂਦਾ ਹੈ, ਜਿੱਥੇ ਇਮੀਗ੍ਰੇਸ਼ਨ ਦੇ ਕੇਸ ਚੱਲਦੇ, ਲੋਕਾਂ ਨੂੰ ਆਲਾਮ ਤੌਰ ਦੇ ਉੱਤੇ ਜੇਲ੍ਹ ਨਹੀਂ ਕਿਹਾ ਜਾ ਸਕਦਾ ਉਹਨੂੰ, ਤਕਰੀਬਨ ਉਸ ਦੇ ਵਿੱਚ ਗਿਣਤੀ ਜੋ ਭਾਰਤੀਆਂ ਦੀ ਹੈ ਉਹ ਹੈਰਾਨ ਕਰ ਦੇਣ ਵਾਲੀ ਹੈ। ਤਕਰੀਬਨ 33,593 ਅਜਿਹੇ ਭਾਰਤੀ ਨੇ ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਇਹਨਾਂ ਡਿਟੈਂਸ਼ਨ ਸੈਂਟਰਾਂ ਤੋਂ ਕੱਢ ਕੇ ਵਾਪਸ ਭਾਰਤ ਭੇਜ ਦਿੱਤਾ ਜਾਵੇ, ਅਜਿਹਾ ਖਦਸ਼ਾ ਜਤਾਇਆ ਜਾ ਰਿਹਾ। ਤਕਰੀਬਨ 11 ਜੂਨ ਤੱਕ ਦਾ, ਇਸ ਸਾਲ ਦੇ 11 ਜੂਨ ਤੱਕ ਦਾ ਇਹ ਆંકੜਾ ਦੱਸਿਆ ਜਾ ਰਿਹਾ। ਅਕਤੂਬਰ ਸਾਲ 2019 ਦੇ ਵਿੱਚ ਹੀ ਤਕਰੀਬਨ 3017 ਲੋਕਾਂ ਦਾ ਨਾਮ ਇਸ ਪੂਰੀ ਲਿਸਟ ਦੇ ਵਿੱਚ ਐਡ ਕੀਤਾ ਗਿਆ ਸੀ। US ਫਰੀडम ਆਫ ਇਨਫੋਰਮੇਸ਼ਨ ਐਕਟ ਦੇ ਤਹਿਤ ਇਹ ਜਾਣਕਾਰੀ ਥੋੜੀ ਬਾਹਰ ਆਈ ਹੈ। ਇਸ ਦੇ ਵਿੱਚ ਵੀ ਕਈ ਸਿੱਖ ਜਥੇਬੰਦੀਆਂ ਨੇ ਜਿਨ੍ਹਾਂ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਤਾਂ ਜੋ ਕਿ ਕਿੰਨੇ ਕੁ ਭਾਰਤੀ, ਕਿੰਨੇ ਕੁ ਪੰਜਾਬੀ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਜਾਂ ਜੇਲ੍ਹਾਂ ਦੇ ਵਿੱਚ ਨੇ ਉਸ ਦੀ ਜਾਣਕਾਰੀ ਮਿਲ ਸਕੇ। ਲੇਕਿਨ ਹੁਣ ਜੇਕਰ ਸਰਕਾਰ ਇਸ ਦੇ ਉੱਤੇ ਵੀ ਥੋੜੀ ਸਖਤੀ ਕਰਦੀ ਹੈ ਤਾਂ ਸੰਭਾਵਨਾਵਾਂ ਇਹ ਜਤਾਈ ਜਾ ਰਹੀ ਹੈ ਕਿ ਹੋ ਸਕਦਾ ਹੈ ਕਿ ਇਹਨਾਂ 33,593 ਭਾਰਤੀਆਂ ਨੂੰ ਵਾਪਸ ਭਾਰਤ ਭੇਜ ਦਿੱਤਾ ਜਾਏ। ਇਹ ਪਹਿਲੀ ਵਾਰ ਨਹੀਂ ਹੈ ਕਿ ਵੱਖ-ਵੱਖ ਦੇਸ਼ਾਂ ਤੋਂ ਭਾਰਤੀਆਂ ਨੂੰ ਇਮੀਗ੍ਰੇਸ਼ਨ ਦੇ ਮਸਲੇ ਦੇ ਉੱਤੇ ਵਾਪਸ ਭਾਰਤ ਭੇਜਿਆ ਜਾ ਰਿਹਾ ਹੋਵੇ। ਇਸ ਤੋਂ ਪਹਿਲਾਂ ਤਕਰੀਬਨ 6-7 ਮਹੀਨਿਆਂ ਪਹਿਲਾਂ ਮੈਕਸੀਕੋ ਦੇ ਵੱਲੋਂ ਜੋ ਕਾਰਵਾਈ ਹੋਈ ਸੀ ਇੱਕ, ਉਸ ਤੋਂ ਬਾਅਦ ਦੀਆਂ ਕਈ ਘਟਨਾਵਾਂ ਦੇ ਵੱਲੋਂ ਇਹ ਸਭ ਕੁਝ ਵੇਖਿਆ ਜਾ ਰਿਹਾ ਹੈ ਕਿ ਹਾਂ, ਇਮੀਗ੍ਰੇਸ਼ਨ ਪਾਲਿਸੀ ਦੇ ਉੱਤੇ ਪਹਿਲਾਂ ਤੋਂ ਹੀ ਸਖਤ ਸੀਗੀ ਟਰੰਪ ਸਰਕਾਰ। ਤੇ ਹੁਣ ਗੱਲ ਅਸੀਂ ਤੁਹਾਨੂੰ ਜਾਣਕਾਰੀ ਵੀ ਦੇ ਦਈਏ ਤੇ ਤੁਹਾਨੂੰ ਚੇਤੇ ਵੀ ਹੋਏਗਾ ਹੀ ਕਿ ਕਿਸ ਤਰੀਕੇ ਦੇ ਨਾਲ ਟਰੰਪ ਸਰਕਾਰ ਨੇ ਕੁਝ ਸਮਾਂ ਪਹਿਲਾਂ ਆਪਣੇ ਵੱਲੋਂ ਇਹ ਜ਼ਾਹਿਰ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਆਦੇਸ਼ ਦੀਆਂ ਘਟਨਾਵਾਂ, ਆਦੇਸ਼ ਦੀਆਂ ਕਈ ਸੁਰਖੀਆਂ ਵੀ ਬਣਿਆ ਸੀ ਇਹ ਪੂਰਾ ਟੌਪਿਕ ਕਿ ਜੇਕਰ ਬੱਚਿਆਂ ਨੂੰ, ਇੰਟਰਨੈਸ਼ਨਲ ਸਟੂਡੈਂਟਸ ਨੂੰ ਜੇਕਰ ਇਸ ਵੇਲੇ ਕੋਵਿਡ-19 ਦੇ ਕਾਰਨ ਯੂਨੀਵਰਸਿਟੀਜ਼ ਨੇ ਉਹਨਾਂ ਨੂੰ ਆਨਲਾਈਨ ਪੜ੍ਹਾਈ ਦੇ ਉੱਤੇ ਸਵਿਚ ਔਨ ਕਰ ਦਿੱਤਾ ਹੈ ਤਾਂ ਉਹਨਾਂ ਨੂੰ ਵਾਪਸ ਉਹਨਾਂ ਦੇ ਮੁਲਕ ਭੇਜ ਦਿੱਤਾ ਜਾਏ। ਇਸ ਬਾਬਤ ਵੀ ਸਰਕਾਰ ਨੂੰ ਕਈ ਥਾਵਾਂ ਤੋਂ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ, ਲੇਕਿਨ ਟਰੰਪ ਸਰਕਾਰ ਇਸ ਵੇਲੇ ਇਮੀਗ੍ਰੇਸ਼ਨ ਪਾਲਿਸੀ ਨੂੰ ਲੈ ਕੇ ਆਪਣੇ ਵੱਲੋਂ ਸਖਤੀ ਆਪਣੇ ਦੇਸ਼ ਦੇ ਲਈ ਕਰ ਰਹੀ ਹੈ। ਲੇਕਿਨ ਹਾਂ, ਲੋੜਵੰਦ ਜੇਕਰ ਕੋਈ ਲੋਕ ਨੇ ਤਾਂ ਉਹਨਾਂ ਦੇ ਬਾਰੇ ਵੀ ਸਰਕਾਰ ਸੋਚ ਸਕਦੀ ਹੈ। ਅਜਿਹੀਆਂ ਕਈ ਖਬਰਾਂ ਵੀ ਸਾਹਮਣੇ ਆਈਆਂ ਨੇ। ਸਰਕਾਰ ਇਸ ਦੇ ਉੱਤੇ ਵੀ ਧਿਆਨ ਦੇ ਰਹੀ ਹੈ ਕਿ ਕਿਉਂ ਨਾ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਦੀ ਤਰਜ਼ ਦੇ ਆਧਾਰ ਦੇ ਉੱਤੇ ਆਪਣੀ ਇਮੀਗ੍ਰੇਸ਼ਨ ਪਾਲਿਸੀ ਨੂੰ ਵੀ ਤਿਆਰ ਕੀਤਾ ਜਾਵੇ। ਲੇਕਿਨ ਹਲੇ ਇਹ ਆਪਣੇ ਪਹਿਲੇ ਚਰਨ ਦੇ ਵਿੱਚ ਹੀ ਹੈ, ਇਸ ਦੇ ਉੱਤੇ ਗੱਲਬਾਤ ਹੋਣੀ ਹਲੇ ਬਾਕੀ ਹੈ। ਆਸ ਕਰਦੇ ਹਾਂ ਕਿ ਇਮੀਗ੍ਰੇਸ਼ਨ ਦੇ ਤਹਿਤ ਜਿਨ੍ਹਾਂ ਭਾਰਤੀਆਂ ਦਾ, ਪੰਜਾਬੀਆਂ ਦਾ ਕੇਸ ਇਸ ਵੇਲੇ ਅਮਰੀਕਾ ਦੇ ਵਿੱਚ ਚੱਲ ਰਿਹਾ, ਛੇਤੀ ਉਹਨਾਂ ਦੇ ਪੱਖ ਤੋਂ ਵੀ ਇਹ ਕੇਸ ਸੁਲਝੇ। ਤਕਰੀਬਨ 4 ਮਹੀਨਿਆਂ ਦਾ ਸਮਾਂ ਰਹਿ ਗਿਆ ਅਮਰੀਕਾ ਦੀਆਂ ਚੋਣਾਂ ਨੂੰ। ਕਿਸ ਤਰੀਕੇ ਦੇ ਨਾਲ ਰਹਿਣਗੀਆਂ ਚੋਣਾਂ ਅਤੇ ਕੀ ਟਰੰਪ ਦਾ ਇਹ ਮਾਸਟਰ ਕਾਰਡ ਚੱਲੇਗਾ, ਇਹ ਸਮਾਂ ਹੀ ਦੱਸੇਗਾ। ਅਮਰੀਕਾ ਦੇ ਵਿੱਚ 4 ਮਹੀਨਿਆਂ ਬਾਅਦ ਚੋਣਾਂ ਹੋਣ ਜਾ ਰਹੀਆਂ ਨੇ। ਇਹਨਾਂ ਚੋਣਾਂ ਦੇ ਵਿੱਚ ਮੌਜੂਦਾ ਸਰਕਾਰ ਯਾਨੀ ਕਿ ਟਰੰਪ ਸਰਕਾਰ ਦਾ ਇੱਕ ਵੱਡਾ ਟੀਚਾ ਹੈ ਕਿ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਸਖਤ ਕਰ ਦਿੱਤਾ ਜਾਏ। ਕਿੰਨਾ ਕੁ ਸਖਤ ਕਰ ਦਿੱਤਾ ਜਾਏ, ਇਸ ਬਾਬਤ ਅਸੀਂ ਤੁਹਾਨੂੰ ਪਿਛਲੇ ਦਿਨਾਂ ਦੀਆਂ ਕੁਝ ਘਟਨਾਵਾਂ ਦੇ ਨਾਲ ਜੋੜ ਕੇ ਕੜੀਵਾਰ ਅਤੇ ਕ੍ਰਮਵਾਰ ਕੋਸ਼ਿਸ਼ ਕਰਾਂਗੇ ਕਿ ਦਰਸਾਈਏ ਕਿ ਮੌਜੂਦਾ ਸਰਕਾਰ ਆਪਣੀ ਇਮੀਗ੍ਰੇਸ਼ਨ ਪਾਲਿਸੀ ਨੂੰ ਲੈ ਕੇ ਚੌਕਸ ਹੈ ਜਾਂ ਮੁੜ ਤੋਂ ਸੱਤਾ ਹਾਸਲ ਕਰਨ ਦੇ ਵਿੱਚ ਸਰਕਾਰ ਦੀ ਇਹਨਾਂ ਪਾਲਿਸੀਆਂ ਨੂੰ ਕਿਤੇ ਨਾ ਕਿਤੇ ਸਮਰਥਨ ਮਿਲ ਸਕਦਾ ਹੈ। ਬਹਿਰਾਲ ਅੱਜ ਦੇ ਇਸ ਟੌਪਿਕ ਦੇ ਵਿੱਚ ਇਹ ਵੀ ਐਡ ਆਨ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਕੋਵਿਡ-19 ਦੀ ਮਹਾਮਾਰੀ ਦੇ ਵਿੱਚ ਵੀ ਇਮੀਗ੍ਰੇਸ਼ਨ ਜੋ ਪਾਲਿਸੀ ਸੀਗੀਆਂ ਉਹਨਾਂ ਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਜੋ ਵਿਦੇਸ਼ੀ ਬੱਚੇ ਪੜ੍ਹਨ ਦੇ ਲਈ ਆਏ ਨੇ ਅਮਰੀਕਾ, ਆਨਲਾਈਨ ਨੇ ਜੇਕਰ ਕਲਾਸਾਂ ਤਾਂ ਚਲੋ ਘਰ ਵਾਪਸ। ਅਮਰੀਕਾ ਦੇ ਵਿੱਚ ਇੱਕ ਭਾਰਤੀ ਨਾਗਰਿਕ ਦੇ ਲਈ ਸਥਿਤੀ ਇਹ ਪੈਦਾ ਹੋ ਚੁੱਕੀ ਹੈ ਕਿ ਸਥਾਈ ਤੌਰ ਦੇ ਉੱਤੇ ਰਿਹਾਇਸ਼ ਜਾਂ ਗ੍ਰੀਨ ਕਾਰਡ ਪ੍ਰਾਪਤ ਕਰਨ ਦੇ ਲਈ ਬੈਕਲੌਗ 195 ਸਾਲਾਂ ਦਾ ਹੋ ਚੁੱਕਾ ਹੈ। ਯਾਨੀ ਕਿ ਅੱਜ ਤੁਸੀਂ ਦਾਖਲ ਕਰੋਗੇ ਕਾਗਜ਼ ਤਾਂ ਹੋ ਸਕਦਾ ਹੈ ਕਿ 195 ਸਾਲਾਂ ਬਾਅਦ ਤੁਹਾਡਾ ਨੰਬਰ ਆਏ।
ਰਿਪਬਲਿਕਨ ਸੈਨੇਟਰ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ, ਖਦਸ਼ਾ ਜਤਾਇਆ ਜਾ ਰਿਹਾ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਸੈਨੇਟ ਦੇ ਸਹਿਯੋਗੀਆਂ ਨੇ ਇਸ ਸਮੱਸਿਆ ਦੇ ਉੱਤੇ ਗੱਲ ਕਰਨ ਦੇ ਲਈ ਵਿਧਾਨਕ ਤੌਰ ਦੇ ਉੱਤੇ ਮਤਾ ਲਿਆਉਣ ਦੀ ਉਹ ਆਪਣੇ ਵੱਲੋਂ ਅਪੀਲ ਕਰਨਗੇ। ਗ੍ਰੀਨ ਕਾਰਡ ਜੋ ਅਧਿਕਾਰਕ ਤੌਰ ਦੇ ਉੱਤੇ ਸਥਾਈ ਨਿਵਾਸੀ ਕਾਰਡ ਵਜੋਂ ਜਾਣਿਆ ਜਾਂਦਾ ਹੈ, ਜੋ ਪ੍ਰਵਾਸੀਆਂ ਨੂੰ ਅਮਰੀਕਾ ਵੱਲੋਂ ਜਾਰੀ ਕੀਤਾ ਜਾਂਦਾ ਹੈ, ਉਸ ਦੇ ਆਧਾਰ ਦੇ ਉੱਤੇ ਉਹ ਉੱਥੇ ਰਹਿ ਸਕਦੇ ਨੇ, ਪੜ੍ਹਾਈ ਕਰ ਸਕਦੇ ਨੇ, ਕੰਮ ਕਰ ਸਕਦੇ ਨੇ, ਜੀਵਨ ਭਰ ਦੇ ਲਈ ਆਨੰਦ ਮਾਣੋ। ਸੈਨੇਟਰ ਮਾਈਕ ਲੀ ਨੇ ਬੁੱਧਵਾਰ ਨੂੰ ਇਹ ਗੱਲ ਕਹੀ ਸੀ ਕੁਝ ਦਿਨਾਂ ਪਹਿਲਾਂ, ਜਿਸ ਵੇਲੇ ਉਹਨਾਂ ਦਾ ਬਿਆਨ ਸਾਹਮਣੇ ਆਇਆ ਸੀ ਕਿ ਮੌਜੂਦਾ ਗ੍ਰੀਨ ਕਾਰਡ ਨੀਤੀ ਨੇ ਕਿਸੇ ਵੀ ਪ੍ਰਵਾਸੀ ਦੇ ਬੱਚੇ ਦੇ ਲਈ ਕੁਝ ਨਹੀਂ ਕੀਤਾ। ਹੁਣ ਇਹਨਾਂ ਪ੍ਰਵਾਸੀਆਂ ਦੇ ਬੱਚਿਆਂ ਦੇ ਲਈ ਸਰਕਾਰ ਸੋਚੇ। ਲੀ ਨੇ ਕਿਹਾ ਕਿ ਜੇ ਅੱਜ ਕੋਈ ਭਾਰਤੀ ਗ੍ਰੀਨ ਕਾਰਡ ਲੈਣ ਦੇ ਲਈ ਕਤਾਰ ਦੇ ਵਿੱਚ ਲੱਗਦਾ ਹੈ ਤਾਂ ਹੋ ਸਕਦਾ ਹੈ, ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਸ ਨੂੰ ਇਹ ਗ੍ਰੀਨ ਕਾਰਡ 195 ਸਾਲਾਂ ਬਾਅਦ ਉਡੀਕ ਕਰਨ ਤੋਂ ਬਾਅਦ ਮਿਲੇ। ਜੇ ਉਹ ਚਾਹੁੰਦਾ ਹੈ ਕਿ ਉਹ ਆਪਣੇ ਮਰਨ ਤੋਂ ਬਾਅਦ ਬੱਚਿਆਂ ਨੂੰ ਇਹ ਅਧਿਕਾਰ ਦੇਣਾ ਚਾਹੁੰਦਾ, ਬੱਚੇ ਜੇਕਰ ਅਧਿਕਾਰ ਜਤਾਣ ਵੀ ਤਾਂ ਉਹਨਾਂ ਨੂੰ ਵੀ ਇਹ ਗ੍ਰੀਨ ਕਾਰਡ ਮਿਲਣ ਦੇ ਵਿੱਚ ਸਮਾਂ ਲੱਗੇਗਾ, ਯਾਨੀ ਕਿ ਦੂਸਰੀ ਪੀੜ੍ਹੀ ਵੀ ਗ੍ਰੀਨ ਕਾਰਡ ਹਾਸਲ ਨਹੀਂ ਕਰ ਪਾਏਗੀ ਕਿਉਂਕਿ ਬੈਕਲੌਗ ਪਿੱਛੇ ਕਤਾਰ ਇੰਨੀ ਲੰਬੀ ਹੋ ਚੁੱਕੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਆਪਣੀ ਸਰਕਾਰ ਦੇ ਸਭ ਤੋਂ ਅਹਿਮ ਮੁੱਦੇ ਇਮੀਗ੍ਰੇਸ਼ਨ ਤੇ ਨਵਾਂ ਬਿੱਲ ਲਿਆਉਣ ਦਾ ਦਾਅਵਾ ਕਰ ਰਹੇ ਨੇ। ਵਾਅਦਾ ਵੀ ਕੀਤਾ ਹੈ, ਵਾਅਦਾ ਤਾਂ ਕਰ ਦਿੱਤਾ, ਪਰ ਪਿਛਲੇ ਕੁਝ ਦਿਨਾਂ ਦੇ ਵਿੱਚ ਉਹਨਾਂ ਨੇ ਇਸ ਨੂੰ ਲੈ ਕੇ ਕਈ ਵਿਰੋਧੀ ਅਤੇ ਭੁਲੇਖਾ ਪਾਊ ਬਿਆਨ ਵੀ ਦੇ ਦਿੱਤੇ। ਉਹਨਾਂ ਦਾ ਇਹ ਬਿਆਨ ਸੁਪਰੀਮ ਕੋਰਟ ਦੇ ਵੱਲੋਂ ਓਬਾਮਾ ਕਾਲ ਦੇ ਵਿੱਚ ਬੱਚਿਆਂ ਦੇ ਛੋਟੇ ਉਮਰ ਦੇ ਵਿੱਚ ਅਮਰੀਕਾ ਆਉਣ ਤੇ ਕਾਰਵਾਈ ਟਾਲ ਦੇਣ ਵਾਲੇ DACA ਦੇ ਨਾਲ ਸੰਬੰਧਿਤ ਪ੍ਰੋਗਰਾਮ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਨਕਾਰਾਤਮਕ ਸੋਚ ਦੇ ਵੱਲ ਢਲਾ ਰਿਹਾ ਹੈ, ਜਾਂ ਨਕਾਰਨ ਤੋਂ ਬਾਅਦ ਇਹ ਜੋ ਵਿਵਾਦ ਖੜਾ ਹੋ ਰਿਹਾ ਉਸ ਦੇ ਵੱਲ ਕਿਸ ਤਰੀਕੇ ਦੇ ਇਸ਼ਾਰੇ ਕਰ ਰਿਹਾ ਹੈ। DACA ਮੁਲਕ ਦੇ ਵਿੱਚ ਆਏ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਦੀ ਹੈ। ਟਰੰਪ ਨੇ ਪਿਛਲੇ ਮਹੀਨੇ ਦੇ ਵਿੱਚ ਕਿਹਾ ਸੀ ਕਿ ਉਹ ਛੇਤੀ ਹੀ ਅਦਾਲਤ ਦੇ ਖਦਸ਼ਿਆਂ ਨੂੰ ਦੂਰ ਕਰਨ ਦੇ ਲਈ ਜ਼ਰੂਰੀ ਦਸਤਾਵੇਜ਼ ਪੇਸ਼ ਕਰਨਗੇ, ਪਰ ਇਸ ਵੇਲੇ ਹਾਲੇ ਤੱਕ ਕਿਸੇ ਤਰੀਕੇ ਦਾ ਕੋਈ ਕਦਮ ਨਹੀਂ ਚੁੱਕਿਆ ਗਿਆ। ਟਰੰਪ ਦੀ ਸੋਚ ਨੂੰ ਲੈ ਕੇ ਨਵੀਂ ਦੁਵਿਧਾ ਹੁਣ ਇਹ ਪੈਦਾ ਹੋ ਚੁੱਕੀ ਹੈ ਕਿ ਜਦੋਂ ਕਿ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਇਹ ਗੱਲ ਕਹੀ ਸੀ ਕਿ ਉਹ ਛੇਤੀ ਹੀ ਇਮੀਗ੍ਰੇਸ਼ਨ ਬਿੱਲ ਦੇ ਉੱਤੇ ਦਸਤਖਤ ਕਰਨ ਵੀ ਜਾ ਰਹੇ ਨੇ, ਜੋ ਛੇਤੀ ਹੀ ਹੋ ਸਕਦਾ ਹੈ, ਪਰ ਅਸਲੀਅਤ ਦੇ ਵਿੱਚ ਅਜਿਹਾ ਕੋਈ ਦਸਤਾਵੇਜ਼ ਹਸਤਾਖਰਾਂ ਦੇ ਲਈ ਮੌਜੂਦ ਹੈ ਹੀ ਨਹੀਂ। ਦੂਜਾ, ਚੋਣਾਂ ਤੋਂ ਪਹਿਲਾਂ ਤਕਰੀਬਨ 4 ਮਹੀਨੇ ਪਹਿਲਾਂ ਕਰੋਨਾ ਮਹਾਮਾਰੀ ਦੇ ਵਿਚਕਾਰ ਕਾਂਗਰਸ ਇਸ ਦੇ ਉੱਤੇ ਵਿਚਾਰ ਵਟਾਂਦਰਾ ਕਰਨ ਦੇ ਲਈ ਰਾਜ਼ੀ ਦਿਖਾਈ ਨਹੀਂ ਦੇ ਰਹੀ। ਜੋ ਵਾਇਰਸ ਇਸ ਵੇਲੇ ਅਮਰੀਕਾ ਦੇ ਵਿੱਚ ਫੈਲਿਆ ਹੋਇਆ, ਵਾਈਟ ਹਾਊਸ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਉਸ ਦੀ ਜੋ ਗੱਲਬਾਤ ਹੁੰਦੀ ਰਹਿੰਦੀ ਹੈ, ਜੋ ਉੱਥੇ ਸਥਾਨਕ ਅਧਿਕਾਰੀ ਨੇ ਉਹਨਾਂ ਦਾ ਕਹਿਣਾ ਹੈ ਕਿ ਟਰੰਪ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਮੀਗ੍ਰੇਸ਼ਨ ਪ੍ਰਣਾਲੀ ਦੇ ਉੱਤੇ ਕੰਮ ਕਰ ਰਹੇ ਨੇ ਅਤੇ ਉਹ ਅਣਦੇਖੀ ਨਹੀਂ ਕਰ ਸਕਦੇ ਅਜਿਹੇ ਬੱਚਿਆਂ ਦੀ। DACA ਦੇ ਵਿਧਾਨਕ ਜੋ ਹਾਲਾਤ ਨੇ ਇਸ ਵੇਲੇ ਅਤੇ ਜੋ ਵਿਧਾਨਕ ਹੱਕ ਨੇ ਉਸ ਨੂੰ ਵੀ ਦਬਾਇਆ ਨਹੀਂ ਜਾ ਸਕਦਾ। ਮੁਲਕ ਦੇ ਵਿੱਚ ਇਸ ਸਮੇਂ DACA ਦੇ ਤਹਿਤ ਕਰੀਬ 6.5 ਲੱਖ ਵਿਅਕਤੀ ਦਰਜ ਹਨ ਅਤੇ ਟਰੰਪ ਜੇਕਰ ਪ੍ਰੋਗਰਾਮ ਨੂੰ ਮੁੜ ਤੋਂ ਰੱਦ ਕਰਦੇ ਨੇ ਤਾਂ ਕਈ ਅਜਿਹੇ ਲੋਕ ਨੇ ਜੋ ਕਾਨੂੰਨੀ ਰੂਪ ਦੇ ਵਿੱਚ ਅਮਰੀਕਾ ਦੇ ਵਿੱਚ ਕੰਮ ਕਰਨ ਦੇ ਅਧਿਕਾਰ ਉਹਨਾਂ ਦੇ ਕੋਲ ਨਹੀਂ ਹੋਏਗਾ। ਅਮਰੀਕਾ ਦੀ ਜੇਕਰ ਅਸੀਂ ਗੱਲ ਕਰ ਰਹੇ ਹਾਂ ਤਾਂ ਅਮਰੀਕੀ ਸੰਗਠਨਾਂ ਦੇ ਵੱਲੋਂ H-1B ਵੀਜ਼ਾ ਪਾਬੰਦੀ ਨੂੰ ਚੁਣੌਤੀ ਦਿੱਤੀ ਗਈ ਹੈ। ਤੁਹਾਨੂੰ ਜਾਣਕਾਰੀ ਦੇ ਦਈਏ ਕਿ US ਚੈਂਬਰ ਆਫ ਕਾਮਰਸ ਅਤੇ ਨੈਸ਼ਨਲ ਐਸੋਸੀਏਸ਼ਨ ਆਫ ਮੈਨੂਫੈਕਚਰਰਸ ਸਮੇਤ 5 ਸਿਖਰਲੀਆਂ ਅਜਿਹੀਆਂ ਵਪਾਰਕ ਜਥੇਬੰਦੀਆਂ ਸੰਗਠਨ ਨੇ ਜਿਨ੍ਹਾਂ ਨੇ ਰਾਸ਼ਟਰਪਤੀ ਦੇ ਇਸ ਸਾਲ ਦੇ ਬਾਕੀ ਮਹੀਨਿਆਂ ਦੇ ਲਈ ਨਵੇਂ ਗੈਰ ਆਵਾਜਾਈ ਵੀਜ਼ੇ ਮੁਤਲਕ ਜੋ ਆਪਣੇ ਉਹਨਾਂ ਨੇ ਆਦੇਸ਼ ਜਾਰੀ ਕੀਤੇ ਸੀ ਉਸ ਨੂੰ ਚੁਣੌਤੀ ਦਿੱਤੀ ਹੈ। ਇਸ ਨੂੰ ਲੈ ਕੇ H-1B ਵੀਜ਼ਾ ਉਸ ਦੇ ਵਿੱਚ ਹੀ ਸ਼ਾਮਲ ਹੈ, ਜੋ ਤਕਰੀਬਨ ਇੱਥੋਂ ਤੱਕ ਹੀ ਕਹਿ ਰਹੇ ਨੇ ਵਪਾਰਕ ਲੋਕ ਕਿ ਅਸੀਂ ਸਰਕਾਰ ਦੇ ਖਿਲਾਫ ਵੀ ਜਾ ਸਕਦੇ ਹਾਂ, ਸਰਕਾਰ ਨੂੰ ਗੁਹਾਰ ਲਗਾ ਰਹੇ ਹਾਂ ਕਿ ਜ਼ਰੂਰ ਕਾਰੋਬਾਰੀਆਂ ਦੀ ਸੋਚੀ ਜਾਏ। ਗੈਰ ਆਵਾਸ ਸ਼੍ਰੇਣੀਆਂ ਦੇ ਤਹਿਤ ਲੋਕਾਂ ਦੀ ਜੇਕਰ ਚੋਣ ਹੋਣੀ ਹੈ ਤਾਂ ਉਹ ਅਧਿਕਾਰਿਕ ਤੌਰ ਦੇ ਉੱਤੇ ਹੋਵੇ। ਅਮਰੀਕਾ ਦੇ ਵਿੱਚ ਪੇਸ਼ੇਵਰ ਜੋ ਵਕੀਲ ਨੇ ਉਹ ਕਈ ਅਜਿਹੀਆਂ ਵੱਡੀਆਂ ਸੰਸਥਾਵਾਂ ਦੇ ਨਾਲ ਖੜੇ ਨਜ਼ਰ ਆ ਰਹੇ ਨੇ। ਇਸ ਦੇ ਵਿਚਾਲੇ ਇੱਕ ਹੋਰ ਨਵੀਂ ਰਿਪੋਰਟ ਕੀ ਸ਼ਾਮਲ ਹੋਈ ਹੈ। ਰਿਮੂਵਲ ਪ੍ਰੋਸੀਜਨ ਇਮੀਗ੍ਰੇਸ਼ਨ ਲਾਅ ਦੇ ਤਹਿਤ ਤਕਰੀਬਨ ਜੋ ਜੇਲ੍ਹਾਂ ਨੇ, ਜੋ ਕ੍ਰਿਟੀਕਲ ਅਜਿਹੇ ਸੈਂਟਰਸ ਨੇ ਜਿੱਥੇ ਲੋਕਾਂ ਨੂੰ ਰੱਖਿਆ ਜਾਂਦਾ ਹੈ, ਜਿੱਥੇ ਇਮੀਗ੍ਰੇਸ਼ਨ ਦੇ ਕੇਸ ਚੱਲਦੇ, ਲੋਕਾਂ ਨੂੰ ਆਮ ਤੌਰ ਦੇ ਉੱਤੇ ਜੇਲ੍ਹ ਨਹੀਂ ਕਿਹਾ ਜਾ ਸਕਦਾ ਉਹਨੂੰ, ਤਕਰੀਬਨ ਉਸ ਦੇ ਵਿੱਚ ਗਿਣਤੀ
ਜੋ ਭਾਰਤੀਆਂ ਦੀ ਹੈ ਉਹ ਹੈਰਾਨ ਕਰ ਦੇਣ ਵਾਲੀ ਹੈ। ਤਕਰੀਬਨ 33,593 ਅਜਿਹੇ ਭਾਰਤੀ ਨੇ ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਇਹਨਾਂ ਡਿਟੈਂਸ਼ਨ ਸੈਂਟਰਾਂ ਤੋਂ ਕੱਢ ਕੇ ਵਾਪਸ ਭਾਰਤ ਭੇਜ ਦਿੱਤਾ ਜਾਵੇ, ਅਜਿਹਾ ਖਦਸ਼ਾ ਜਤਾਇਆ ਜਾ ਰਿਹਾ ਹੈ। ਤਕਰੀਬਨ 11 ਜੂਨ ਤੱਕ ਦਾ, ਇਸ ਸਾਲ ਦੇ 11 ਜੂਨ ਤੱਕ ਦਾ ਇਹ ਆંકੜਾ ਦੱਸਿਆ ਜਾ ਰਿਹਾ ਹੈ। ਅਕਤੂਬਰ ਸਾਲ 2019 ਦੇ ਵਿੱਚ ਹੀ ਤਕਰੀਬਨ 3017 ਲੋਕਾਂ ਦਾ ਨਾਮ ਇਸ ਪੂਰੀ ਲਿਸਟ ਦੇ ਵਿੱਚ ਐਡ ਕੀਤਾ ਗਿਆ ਸੀ। US ਫਰੀडम ਆਫ ਇਨਫੋਰਮੇਸ਼ਨ ਐਕਟ ਦੇ ਤਹਿਤ ਇਹ ਜਾਣਕਾਰੀ ਥੋੜੀ ਬਾਹਰ ਆਈ ਹੈ। ਇਸ ਦੇ ਵਿੱਚ ਵੀ ਕਈ ਸਿੱਖ ਜਥੇਬੰਦੀਆਂ ਨੇ ਜਿਨ੍ਹਾਂ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਤਾਂ ਜੋ ਕਿ ਕਿੰਨੇ ਕੁ ਭਾਰਤੀ, ਕਿੰਨੇ ਕੁ ਪੰਜਾਬੀ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਜਾਂ ਜੇਲ੍ਹਾਂ ਦੇ ਵਿੱਚ ਨੇ ਉਸ ਦੀ ਜਾਣਕਾਰੀ ਮਿਲ ਸਕੇ। ਲੇਕਿਨ ਹੁਣ ਜੇਕਰ ਸਰਕਾਰ ਇਸ ਦੇ ਉੱਤੇ ਵੀ ਥੋੜੀ ਸਖਤੀ ਕਰਦੀ ਹੈ ਤਾਂ ਸੰਭਾਵਨਾਵਾਂ ਇਹ ਜਤਾਈ ਜਾ ਰਹੀ ਹੈ ਕਿ ਹੋ ਸਕਦਾ ਹੈ ਕਿ ਇਹਨਾਂ 33,593 ਭਾਰਤੀਆਂ ਨੂੰ ਵਾਪਸ ਭਾਰਤ ਭੇਜ ਦਿੱਤਾ ਜਾਏ। ਇਹ ਪਹਿਲੀ ਵਾਰ ਨਹੀਂ ਹੈ ਕਿ ਵੱਖ-ਵੱਖ ਦੇਸ਼ਾਂ ਤੋਂ ਭਾਰਤੀਆਂ ਨੂੰ ਇਮੀਗ੍ਰੇਸ਼ਨ ਦੇ ਮਸਲੇ ਦੇ ਉੱਤੇ ਵਾਪਸ ਭਾਰਤ ਭੇਜਿਆ ਜਾ ਰਿਹਾ ਹੋਵੇ। ਇਸ ਤੋਂ ਪਹਿਲਾਂ ਤਕਰੀਬਨ 6-7 ਮਹੀਨਿਆਂ ਪਹਿਲਾਂ ਮੈਕਸੀਕੋ ਦੇ ਵੱਲੋਂ ਜੋ ਕਾਰਵਾਈ ਹੋਈ ਸੀ ਇੱਕ, ਉਸ ਤੋਂ ਬਾਅਦ ਦੀਆਂ ਕਈ ਘਟਨਾਵਾਂ ਦੇ ਵੱਲੋਂ ਇਹ ਸਭ ਕੁਝ ਵੇਖਿਆ ਜਾ ਰਿਹਾ ਹੈ ਕਿ ਹਾਂ, ਇਮੀਗ੍ਰੇਸ਼ਨ ਪਾਲਿਸੀ ਦੇ ਉੱਤੇ ਪਹਿਲਾਂ ਤੋਂ ਹੀ ਸਖਤ ਸੀਗੀ ਟਰੰਪ ਸਰਕਾਰ। ਤੇ ਹੁਣ ਗੱਲ ਅਸੀਂ ਤੁਹਾਨੂੰ ਜਾਣਕਾਰੀ ਵੀ ਦੇ ਦਈਏ ਤੇ ਤੁਹਾਨੂੰ ਚੇਤੇ ਵੀ ਹੋਏਗਾ ਹੀ ਕਿ ਕਿਸ ਤਰੀਕੇ ਦੇ ਨਾਲ ਟਰੰਪ ਸਰਕਾਰ ਨੇ ਕੁਝ ਸਮਾਂ ਪਹਿਲਾਂ ਆਪਣੇ ਵੱਲੋਂ ਇਹ ਜ਼ਾਹਿਰ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਆਦੇਸ਼ ਦੀਆਂ ਘਟਨਾਵਾਂ, ਆਦੇਸ਼ ਦੀਆਂ ਕਈ ਸੁਰਖੀਆਂ ਵੀ ਬਣਿਆ ਸੀ ਇਹ ਪੂਰਾ ਟੌਪਿਕ ਕਿ ਜੇਕਰ ਬੱਚਿਆਂ ਨੂੰ, ਇੰਟਰਨੈਸ਼ਨਲ ਸਟੂਡੈਂਟਸ ਨੂੰ, ਜੇਕਰ ਇਸ ਵੇਲੇ ਕੋਵਿਡ-19 ਦੇ ਕਾਰਨ ਯੂਨੀਵਰਸਿਟੀਜ਼ ਨੇ ਉਹਨਾਂ ਨੂੰ ਆਨਲਾਈਨ ਪੜ੍ਹਾਈ ਦੇ ਉੱਤੇ ਸਵਿਚ ਔਨ ਕਰ ਦਿੱਤਾ ਹੈ ਤਾਂ ਉਹਨਾਂ ਨੂੰ ਵਾਪਸ ਉਹਨਾਂ ਦੇ ਮੁਲਕ ਭੇਜ ਦਿੱਤਾ ਜਾਏ। ਇਸ ਬਾਬਤ ਵੀ ਸਰਕਾਰ ਨੂੰ ਕਈ ਥਾਵਾਂ ਤੋਂ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ, ਲੇਕਿਨ ਟਰੰਪ ਸਰਕਾਰ ਇਸ ਵੇਲੇ ਇਮੀਗ੍ਰੇਸ਼ਨ ਪਾਲਿਸੀ ਨੂੰ ਲੈ ਕੇ ਆਪਣੇ ਵੱਲੋਂ ਸਖਤੀ ਆਪਣੇ ਦੇਸ਼ ਦੇ ਲਈ ਕਰ ਰਹੀ ਹੈ। ਲੇਕਿਨ ਹਾਂ, ਲੋੜਵੰਦ ਜੇਕਰ ਕੋਈ ਲੋਕ ਨੇ ਤਾਂ ਉਹਨਾਂ ਦੇ ਬਾਰੇ ਵੀ ਸਰਕਾਰ ਸੋਚ ਸਕਦੀ ਹੈ। ਅਜਿਹੀਆਂ ਕਈ ਖਬਰਾਂ ਵੀ ਸਾਹਮਣੇ ਆਈਆਂ ਨੇ। ਸਰਕਾਰ ਇਸ ਦੇ ਉੱਤੇ ਵੀ ਧਿਆਨ ਦੇ ਰਹੀ ਹੈ ਕਿ ਕਿਉਂ ਨਾ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਦੀ ਤਰਜ਼ ਦੇ ਆਧਾਰ ਦੇ ਉੱਤੇ ਆਪਣੀ ਇਮੀਗ੍ਰੇਸ਼ਨ ਪਾਲਿਸੀ ਨੂੰ ਵੀ ਤਿਆਰ ਕੀਤਾ ਜਾਵੇ। ਲੇਕਿਨ ਹਲੇ ਇਹ ਆਪਣੇ ਪਹਿਲੇ ਚਰਨ ਦੇ ਵਿੱਚ ਹੀ ਹੈ, ਇਸ ਦੇ ਉੱਤੇ ਗੱਲਬਾਤ ਹੋਣੀ ਹਲੇ ਬਾਕੀ ਹੈ। ਆਸ ਕਰਦੇ ਹਾਂ ਕਿ ਇਮੀਗ੍ਰੇਸ਼ਨ ਦੇ ਤਹਿਤ ਜਿਨ੍ਹਾਂ ਭਾਰਤੀਆਂ ਦਾ, ਪੰਜਾਬੀਆਂ ਦਾ ਕੇਸ ਇਸ ਵੇਲੇ ਅਮਰੀਕਾ ਦੇ ਵਿੱਚ ਚੱਲ ਰਿਹਾ, ਛੇਤੀ ਉਹਨਾਂ ਦੇ ਪੱਖ ਤੋਂ ਵੀ ਇਹ ਕੇਸ ਸੁਲਝੇ। ਤਕਰੀਬਨ 4 ਮਹੀਨਿਆਂ ਦਾ ਸਮਾਂ ਰਹਿ ਗਿਆ ਅਮਰੀਕਾ ਦੀਆਂ ਚੋਣਾਂ ਨੂੰ। ਕਿਸ ਤਰੀਕੇ ਦੇ ਨਾਲ ਰਹਿਣਗੀਆਂ ਚੋਣਾਂ ਅਤੇ ਕੀ ਟਰੰਪ ਦਾ ਇਹ ਮਾਸਟਰ ਕਾਰਡ ਚੱਲੇਗਾ, ਇਹ ਸਮਾਂ ਹੀ ਦੱਸੇਗਾ। ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।